सब तो पहला तो चैनल सबसक्राइब कर लो जी। सिंह रिकॉर्ड्स ये नवा चैनल है। शायद बहुत वीर भैनों नूं भुलेखा लगता है खालसा वाइब चैनल है, खालसा वाइब नहीं। सो सबसक्राइब जरूर करियो। वाहिगुरू जी का खालसा वाहिगुरू जी की फतेह। ਅੱਜ ਤੁਹਾਡੇ ਨਾਲ ਇੱਕ ਅਜਿਹੇ ਅਣਗੋਲੇ ਸਿੰਘ ਦੀ ਗੱਲ ਕਰਾਂਗੇ ਜਿਸ ਨੂੰ ਖਾੜਕੂਆਂ ਦੀ ਮਾਂ ਕਿਹਾ ਜਾਂਦਾ ਸੀ ਤੇ ਇਸ ਦਾ ਬਿਆਨ ਭਾਈ ਦਲਜੀਤ ਸਿੰਘ ਜੀ ਨੇ ਆਪਣੀ ਪੁਸਤਕ ਖਾੜਕੂ ਸੰਘਰਸ਼ ਦੀ ਸਾਖੀ ਦੇ ਵਿੱਚ ਬੜੇ ਹੀ ਸੋਹਣੇ ਢੰਗ ਦੇ ਨਾਲ ਇਸ ਦਾ ਬਿਆਨ ਕੀਤਾ ਹੈ। ਇਹ ਸਿੰਘ 45 ਸਾਲ ਦਾ ਗੁਰਸਿੱਖ ਸਕੂਲ ਮਾਸਟਰ ਸੀ ਜੋ ਤਰਨਤਾਰਨ ਦੇ ਕਿਸੇ ਪਿੰਡ ਦੇ ਵਿੱਚ ਪੜ੍ਹਾਉਂਦਾ ਸੀ। उसका पिंड भी इस जिले में ही पैंदा सी। मैनू उसका नाम पता नहीं क्योंकि सारे उसनू मास्टर जी ही कहते सन। वो बड़े नरम ते मिठ बोलड़े सुभाਅ ਦੇ सन। उसनू कुछ समा मिलण तो बाद हर कोई ਉਹਨੂੰ ਚਾਹੁਣ लग पैंदा सी। उसका विच आपा बा वाली कोई चीज़ ही नहीं सी। ਉਹਦਾ सारा शरीर ही जिवें सेवा करन नूं ਬਣਿਆ ਸੀ। उसका परिवार ते बच्चे सन ते घर की हालत चंगी सी। बच्चों नूं पढ़ाउण दे नाल नाल वो शुरू तो ही धार्मिक ते समाजिक सेवा लई मशहूर सी। जदों तो संत जी ने 1978 विच अपने आप नूं जाहिर कीता उन्हां दा सेवक हो गया। इस तो अगे वो ਸਿੰਘਾਂ ਦੀ सेवा करन लग पिया। 84 तो पहला ही पुलिस ने उस ते तशद्दद कीता सी अते जेल भेजिया सी। 84 ਦੇ हमले समय उसने इलाके दीआं संगतां समेत दरबार साहिब श्री ਅੰਮ੍ਰਿਤਸਰ ਸਾਹਿਬ ਵੱਲ कूच कीता सी। राह विच फौज ने गोली चला के कुछ ਸਿੰਘ शहीद कर दिते ਅਤੇ ਬਾਕੀਆਂ ਨੂੰ ਖਿੰਡਾ ਦਿੱਤਾ ਸੀ। ਉਹ ਫਿਰ ਵੀ ਡਾਢੇ ਔਖੇ ਅਤੇ ਪੀੜੇ ਕੱਚੇ ਰਾਹਾਂ ਤੋਂ ਹੁੰਦਾ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੂਹ ਤੱਕ ਪਹੁੰਚ ਗਿਆ ਜਿੱਥੇ ਫੌਜ ਨੇ ਉਸ ਨੂੰ ਫੜ ਲਿਆ ਅਤੇ ਫੌਜੀ ਜੇਲ੍ਹ ਵਿੱਚ ਭੇਜ ਦਿੱਤਾ ਸੀ। ਜੇਲ੍ਹ ਤੋਂ ਬਾਹਰ ਆ ਕੇ ਉਹ ਮਹਿਤਾ ਚੌਂਕ ਗਿਆ ਅਤੇ ਦਰਬਾਰ ਸਾਹਿਬ ਗਿਆ। ਉਹਨੇ ਬਚੇ ਹੋਏ ਸਿੰਘਾਂ ਨੂੰ ਲੱਭਿਆ, ਆਪਸ ਵਿੱਚ ਮਿਲਾਇਆ ਅਤੇ ਉਹਨਾਂ ਦੇ ਅੱਗੇ ਤੁਰਨ ਲਈ ਇੱਕ ਮਾਹੌਲ ਬਣਾਇਆ। 1984 ਦੇ ਅਖੀਰਲੇ ਮਹੀਨਿਆਂ ਤੋਂ ਹੀ ਉਹ ਲਗਾਤਾਰ ਪਕੌੜੇ ਸਿੰਘਾਂ ਨੂੰ ਲੱਭਦਾ, ਸੰਭਾਲਦਾ ਅਤੇ ਇਕੱਠੇ ਕਰਦਾ ਰਿਹਾ। ਉਹਦੇ ਕੋਲ ਸਾਰਿਆਂ ਟਕਸਾਲ ਦੇ ਸਿੰਘ, ਫੈਡਰੇਸ਼ਨ ਵਾਲੇ, ਬੱਬਰਾਂ ਅਤੇ ਨਵੇਂ ਉੱਠ ਰਹੇ ਸਿੰਘਾਂ ਦਾ ਆਉਣਾ ਜਾਣਾ ਸੀ। ਉਹ ਸਾਰਿਆਂ ਦਾ ਹੀ ਅਤੇ ਹਰ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਸੀ ਅਤੇ ਹਰ ਕੋਈ ਉਸ ਨੂੰ ਆਪਣਾ ਹੀ ਸਮਝਦਾ ਸੀ। ਪਹਿਲਾਂ ਤਾਂ ਸਿੰਘ ਉਹਦੇ ਪਿੰਡ ਹੀ ਰਹਿੰਦੇ ਸਨ ਪਰ ਉਹ ਪਹਿਲਾਂ ਹੀ ਪੁਲਿਸ ਦੀ ਨਿਗਾਹ ਵਿੱਚ ਸੀ। ਇਸ ਕਰਕੇ ਉਹਨੇ ਹੋਰਾਂ ਥਾਵਾਂ ਉੱਤੇ ਸਿੰਘਾਂ ਲਈ ਠਾਰਾਂ ਬਣਾਈਆਂ ਸਨ ਅਤੇ ਉਹਨਾਂ ਨੂੰ ਅਲੱਗ-ਅਲੱਗ ਥਾਂ ਉੱਤੇ ਠਾਰਾਂ ਦਿੰਦਾ ਸੀ। ਇੱਕ ਵਾਰ 1987 ਵਿੱਚ ਉਹ ਮੈਨੂੰ ਪੱਟੀ ਵਿਖੇ ਪਾਹੁਲਾਬ ਸਿੰਘ ਨਾਲ ਮਿਲਿਆ ਅਤੇ ਗੱਲਾਂ ਵਿੱਚ ਦੱਸਿਆ ਕਿ ਇਸ ਵਕਤ ਪੱਟੀ ਦੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਖ-ਵੱਖ ਜਥੇਬੰਦੀਆਂ ਦੇ 50 ਦੇ ਕਰੀਬ ਸਿੰਘ ਵੱਖ-ਵੱਖ ਠਾਰਾਂ ਉੱਤੇ ਟਿਕੇ ਹੋਏ ਹਨ। ਮੇਰੇ ਨਾਲ ਉਹਨੇ ਆਪਣਾ ਇਹ ਤੋਖਲਾ ਸਾਂਝਾ ਕੀਤਾ ਕਿ ਇਹ ਇੱਕ ਵੱਡੇ ਖਤਰੇ ਵਾਲੀ ਗੱਲ ਹੈ ਕਿ ਮੈਨੂੰ ਇੰਨੇ ਸਿੰਘਾਂ ਦਾ ਇੱਕੋ ਸਮੇਂ ਪਤਾ ਹੈ ਕਿ ਇਹ ਪਤਾ ਮੈਂ ਕੱਲ੍ਹ ਨੂੰ ਨਿਭ ਸਕਾਂ ਜਾਂ ਨਾ। ਉਹਨੇ ਦੱਸਿਆ ਕਿ ਮੈਂ ਬਹੁਤ ਵਾਰ ਸਿੰਘਾਂ ਨੂੰ ਕਹਿੰਦਾ ਹਾਂ ਕਿ ਮੈਨੂੰ ਆਪਣੇ ਟਿਕਾਣਿਆਂ ਬਾਰੇ ਨਾ ਦੱਸਿਆ ਕਰੋ ਪਰ ਫਿਰ ਵੀ ਉਹ ਮੈਨੂੰ ਵੱਖ-ਵੱਖ ਠਾਰਾਂ ਉੱਤੇ ਸਾਥੀਆਂ ਨੂੰ ਬੁਲਾਉਣ ਜਾਂ ਸੁਨੇਹਾ ਦੇਣ ਦੇ ਲਈ ਭੇਜ ਦਿੰਦੇ ਹਨ। ਇਸ ਤਰ੍ਹਾਂ ਮੇਰੇ ਕੋਲ ਟਿਕਾਣਿਆਂ ਦੀ ਜਾਣਕਾਰੀ ਆਪੇ ਵੱਧਦੀ ਰਹਿੰਦੀ ਹੈ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਹੁੰਦਾ ਸੀ ਜਿਸ ਵਿੱਚ ਕਈ ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਹੁੰਦੀਆਂ ਸਨ। ਉਹਦੇ ਕੋਲ ਸਦਾ ਹੀ ਸਿੰਘਾਂ ਲਈ ਕੁਝ ਪੈਸੇ ਵੀ ਹੁੰਦੇ ਸਨ। ਉਹ ਆਪ ਵੀ ਦਸਵੰਧ ਕੱਢਦਾ ਸੀ ਅਤੇ ਹੋਰ ਲੋਕੀ ਵੀ ਉਸ ਨੂੰ ਆਪਣਾ ਦਸਵੰਧ ਭੇਟਾ ਦਿੰਦੇ ਸਨ। ਪੁਲਿਸ ਵਾਲੇ ਸਹੀ ਰੂਪ ਦੇ ਵਿੱਚ ਉਸ ਨੂੰ ਖਾੜਕੂਆਂ ਦੀ ਮਾਂ ਕਹਿੰਦੇ ਹੁੰਦੇ ਸੀ। ਉਹ ਮਾਂ ਵਾਂਗੀ ਭਗੌੜੇ ਸਿੰਘਾਂ ਦੀ ਹਰ ਤਰ੍ਹਾਂ ਦੀ ਨਾਲ ਮਦਦ ਕਰਦਾ ਸੀ। ਠਾਹਰ ਬਣਾ ਕੇ ਦੇਣੀ, ਪੈਸੇ ਅਤੇ ਦਵਾਈ ਦਾਰੂ ਦੇਣਾ, ਸਿੰਘਾਂ ਦਾ ਸੁਨੇਹਾ ਦੇਣਾ, ਜੇਲ੍ਹ ਦੇ ਵਿੱਚ ਅਤੇ ਸਿੰਘਾਂ ਦੇ ਪਰਿਵਾਰਾਂ ਨੂੰ ਮਦਦ ਪਹੁੰਚਾਉਣੀ। ਸਾਰੇ ਇਲਾਕੇ ਦੇ ਪਤਵੰਤੇ ਲੋਕਾਂ, ਅਫਸਰਸ਼ਾਹੀ ਅਤੇ ਪੁਲਿਸ ਨੂੰ ਇਹ ਪਤਾ ਸੀ ਕਿ ਉਹ ਸਿੰਘਾਂ ਦਾ ਪੱਕਾ ਬੰਦਾ ਹੈ ਅਤੇ ਉਸ ਦੀ ਗੱਲ ਮੰਨੀ ਜਾਂਦੀ ਹੈ। ਸਾਰੇ ਇਲਾਕੇ ਵਿੱਚ ਉਸ ਦੀ ਬਹੁਤ ਇੱਜ਼ਤ ਸੀ ਅਤੇ ਹਰ ਤਰ੍ਹਾਂ ਦੇ ਲੋਕ ਉਸ ਕੋਲ ਕੰਮ ਦੇ ਲਈ ਆਉਂਦੇ ਸਨ। ਉਹ ਕਿਸੇ ਨੂੰ ਮੋੜਦਾ ਨਹੀਂ ਸੀ। ਉਹ ਰਾਜੀਨਾਮਿਆਂ ਵਿੱਚ ਵੀ ਜਾਂਦਾ ਸੀ। ਇਲਾਕੇ ਦੇ ਅਫਸਰ ਅਤੇ ਪਤਵੰਤੇ ਵੀ ਉਸ ਕੋਲ ਆਪਣੀ ਸਿਫਾਰਿਸ਼ ਪਵਾਉਣ ਦੇ ਲਈ ਆਉਂਦੇ ਸਨ ਪਰ ਇਸ ਇੱਜ਼ਤ ਸਨਮਾਨ ਦੇ ਨਾਲ ਦੂਸਰਾ ਪੱਖ ਵੀ ਜੁੜਿਆ ਹੋਇਆ ਸੀ। ਜਦੋਂ ਵੀ ਸਰਕਾਰ ਦਾ ਦਬਾਅ ਪੈਂਦਾ ਜਾਂ ਕੋਈ ਵਾਰਦਾਤ ਹੋ ਜਾਂਦੀ ਜਾਂ ਪੁਲਿਸ ਅਫਸਰਾਂ ਦਾ ਪਾਰਾ ਚੜ੍ਹ ਜਾਂਦਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਚੁੱਕਿਆ ਜਾਂਦਾ ਸੀ। ਕਈ ਵਾਰ ਛੇਤੀ ਛੱਡ ਦਿੰਦੇ, ਕਈ ਵਾਰ ਕਈ ਦਿਨ ਥਾਣੇ ਰੱਖਦੇ ਅਤੇ ਕਈ ਵਾਰ ਜੇਲ੍ਹ ਵੀ ਭੇਜ ਦਿੰਦੇ। ਅਨੇਕਾਂ ਵਾਰ ਵੱਖ-ਵੱਖ ਵਾਰਦਾਤਾਂ ਕਰਕੇ ਉਸ ਉੱਤੇ ਬਹੁਤ ਤਰੀਕਿਆਂ ਦੇ ਨਾਲ ਤਸ਼ੱਦਦ ਹੋਇਆ ਪਰ ਉਹ ਬੜੀ ਸ਼ਿੱਦਤ ਦੇ ਨਾਲ ਕੁੱਟ ਖਾਂਦਾ ਸੀ ਅਤੇ ਕਦੀ ਵੀ ਸੰਘਰਸ਼ ਬਾਰੇ ਕੋਈ ਭੇਦ ਨਹੀਂ ਸੀ ਦੱਸਦਾ। ਇੱਕ ਵਾਰ ਅਸੀਂ ਸ਼੍ਰੀ ਅੰਮ੍ਰਿਤਸਰ ਵਿੱਚ ਪਾਹੁਲਾਬ ਸਿੰਘ, ਕੰਵਰਜੀਤ ਸਿੰਘ ਸੁਲਤਾਨ ਪਿੰਡ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ KCF ਅਤੇ ਕੁਝ ਹੋਰ ਸਿੰਘ ਇਕੱਠੇ ਸਾਂ। ਪਾਊ ਨੇ ਉਸ ਨੂੰ ਬੁਲਾਇਆ। ਇਹ ਕਦੇ ਨਹੀਂ ਹੋਇਆ ਕਿ ਤੁਸੀਂ ਉਸ ਨੂੰ ਬੁਲਾਓ ਅਤੇ ਉਹ ਨਾ ਆਵੇ। ਚਾਹ ਪਾਣੀ ਪੀਣ ਤੋਂ ਬਾਅਦ ਪਾਊ ਨੇ ਉਹਨੂੰ ਪੁੱਛਿਆ ਕਿ ਇਸ ਵਾਰ ਕਿਵੇਂ ਰਿਹਾ। ਉਹ ਤਾਜ਼ਾ ਹੀ 2 ਹਫ਼ਤੇ ਪੁਲਿਸ ਤਸ਼ੱਦਦ ਸਹਿ ਕੇ ਆਇਆ ਸੀ ਅਤੇ ਹਾਲੇ ਉਹ ਚੰਗੀ
ਤਰ੍ਹਾਂ ਤੁਰਿਆ ਉਸਦੇ ਕੋਲੋਂ ਨਹੀਂ ਸੀ ਜਾਂਦਾ ਤੇ ਬੈਠਿਆ ਵੀ ਨਹੀਂ ਸੀ ਜਾਂਦਾ। ਉਹਦੇ ਪੈਰ ਸੁੱਜੇ ਹੋਏ ਸਨ ਅਤੇ ਅੱਖਾਂ ਵੀ ਸੁੱਜੀਆਂ ਸਨ। ਉਸ ਦੀ ਜ਼ੁਰਤ ਵਿੱਚ ਕੋਈ ਫਰਕ ਨਹੀਂ ਸੀ ਪਿਆ। ਉਹ ਹੱਸ ਪਿਆ ਤੇ ਆਖਿਆ, ਵਧੀਆ ਮਜ਼ਾਕ ਕਰਦੇ ਹੋ। ਫਿਰ ਕਹਿਣ ਲੱਗਾ, ਇਸ ਵਾਰ ਤਾਂ ਮੈਨੂੰ ਲੱਗਦਾ ਸੀ ਸ਼ਾਇਦ ਮਾਰ ਦੇਣਗੇ, ਪਰ ਫਿਰ ਤੀਰ ਵਾਲੇ ਬਾਬੇ ਦੀ ਕਿਰਪਾ ਹੋ ਗਈ। ਜਨਰਲ ਲਾਭ ਸਿੰਘ ਨੇ ਉਹਦੇ ਬਾਰੇ ਕਿਹਾ ਕਿ ਇਹ ਸਾਡਾ ਇਹੋ ਜਿਹਾ ਸੂਰਮਾ ਹੈ ਕਿ ਇਹਦੇ ਕੋਲ ਜੋ ਮਰਜ਼ੀ ਸਮਾਨ ਅਮਾਨਤ ਰੱਖ ਦਿਓ, ਭਾਵੇਂ 100 ਸਾਲ ਬਾਅਦ ਉਸੇ ਤਰ੍ਹਾਂ ਵਾਪਸ ਲੈ ਲਓ। ਇਸ ਵਾਰ ਵੀ ਉਸ ਕੋਲ ਕਾਫੀ ਜ਼ਿਆਦਾ ਅਸਲਾ ਪਿਆ ਸੀ ਜੋ ਜਨਰਲ ਲਾਭ ਸਿੰਘ ਉਹਨੂੰ ਉਸੇ ਦਿਨ ਹੀ ਦੇ ਕੇ ਗਿਆ ਸੀ ਜਿਸ ਦਿਨ ਫੜਿਆ ਗਿਆ ਸੀ। ਕਮਰਜੀਤ ਸਿੰਘ ਨੇ ਬੜੀ ਫਿਕਰ ਨਾਲ ਕਿਹਾ, ਮਾਸਟਰ ਜੀ, ਤੀਰ ਵਾਲਾ ਬਾਬਾ ਕਿੰਨੀ ਕੁ ਵਾਰ ਕਿਰਪਾ ਕਰੂ। ਕੀ ਤੁਹਾਨੂੰ ਹੁਣ ਨੌਕਰੀ ਅਤੇ ਕਾਰੋਬਾਰ ਛੱਡ ਕੇ ਰੂਪੋਸ਼ ਨਹੀਂ ਹੋ ਜਾਣਾ ਚਾਹੀਦਾ? ਤੁਸੀਂ ਭਾਵੇਂ ਇੱਕ ਥਾਂ ਬੈਠ ਕੇ ਸਾਡੇ ਲਈ ਸਿਮਰਨ ਕਰਦੇ ਰਹੋ, ਸਾਨੂੰ ਜ਼ਿਆਦਾ ਤਸੱਲੀ ਹੋਵੇਗੀ। ਉਹਨੇ ਕਿਹਾ ਕਿ ਇਹ ਸੇਵਾ ਮੇਰੇ ਭਾਗਾਂ ਦੇ ਵਿੱਚ ਨਹੀਂ ਹੈ, ਜੋ ਕਰ ਸਕਦਾ ਹੈ ਉਹੀ ਕਬੂਲ ਕਰੋ। ਮੈਂ ਆਖਿਆ ਕਿ ਇਹ ਤਾਂ ਸਭ ਤੋਂ ਔਖੀ ਸੇਵਾ ਹੈ, ਤੁਸੀਂ ਸਾਨੂੰ ਵੀ ਮਿਲਦੇ ਰਹਿੰਦੇ ਹੋ ਅਤੇ ਤਸ਼ੱਦਦ ਵੀ ਸਹਿੰਦੇ ਹੋ। ਉਸਨੇ ਹਲਕੀ ਜਿਹੀ ਮੁਸਕਾਨ ਦੇ ਨਾਲ ਕਿਹਾ ਕਿ ਮੇਰੇ ਬਸ ਇਹੋ ਜਿਹਾ ਢਾਂਚਾ ਬਣਾਉਣਾ ਹੈ ਜੋ ਪੰਥ ਨੂੰ ਸਮਰਪਿਤ ਹੋਵੇ ਤੇ ਲੋਕਾਂ ਦੀ ਅਗਵਾਈ ਕਰ ਸਕੇ। ਕਾਫੀ ਚਿਰ ਅਸੀਂ ਇਹ ਗੱਲਾਂ ਕਰਦੇ ਰਹੇ। ਉਸ ਦਾ ਮਤ ਸੀ ਕਿ ਸਾਨੂੰ ਇਹੋ ਜਿਹਾ ਆਪਣਾ ਢਾਂਚਾ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ ਜੋ ਸਰਕਾਰ ਉੱਤੇ ਨਿਰਭਰ ਨਾ ਹੋਵੇ। ਉਹਦੀ ਰਾਏ ਸੀ ਸਰਕਾਰ ਨੇ ਚੋਣਾਂ ਦਾ ਚੌਗਾ ਫਿਰ ਸੁੱਟਣਾ ਹੈ ਤੇ ਉਸ ਦੇ ਜਵਾਬ ਵਿੱਚ ਸਾਨੂੰ ਪਹਿਲਾਂ ਹੀ ਕੋਈ ਤਿਆਰੀ ਕਰਨੀ ਚਾਹੀਦੀ ਹੈ। ਗੱਲਾਂ ਕਰਦਿਆਂ ਉਸਨੇ ਦੱਸਿਆ ਕਿ ਹੁਣ ਉਸ ਨੂੰ ਵੀ ਇੰਜ ਲੱਗਦਾ ਹੈ ਕਿ ਉਸ ਦਾ ਅੰਤ ਨੇੜੇ ਆ ਰਿਹਾ ਹੈ। ਹੁਣ ਸਰੀਰ ਵੀ ਤਸ਼ੱਦਦ ਤੇ ਪੀੜਾ ਨਾਲ ਟੁੱਟ ਗਿਆ ਹੈ ਤੇ ਉਹਦਾ ਮੰਨਣਾ ਸੀ ਕਿ ਹੁਣ ਕੁਝ ਇਹੋ ਜਿਹੇ ਪੁਲਿਸ ਅਫਸਰ ਆ ਗਏ ਹਨ ਜਿਹੜੇ ਖੁੰਖਾਰ ਦਰਿੰਦੇ ਹੋਣ ਦੇ ਨਾਲ ਮਕਾਰ, ਕਮੀਨੇ ਤੇ ਸ਼ੈਤਾਨ ਦੇ ਰੂਪ ਹਨ। ਉਹਨੇ ਕੁਝ ਬੰਦਿਆਂ ਦਾ ਨਾਂ ਲਿਆ, ਜਿਵੇਂ SHO ਸੁਰਿੰਦਰਪਾਲ ਸੂਬਾ ਸਿੰਘ, ਜਿਹੜਾ ਕਿ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਦਾ ਹੈ। ਅਜੀਤ ਸਿੰਘ ਸੰਧੂ ਨੇ ਤਾਂ ਉਸ ਨੂੰ ਇਸ ਵਾਰ ਕਿਹਾ ਵੀ ਕਿ ਹੁਣੇ ਹੀ ਤੂੰ ਕਿਤੇ ਭੱਜ ਜਾ, ਨਹੀਂ ਤਾਂ ਤੂੰ ਮਾਰਿਆ ਜਾਵੇਗਾ। ਉਸ ਅਨੁਸਾਰ ਸਰਕਾਰ ਸਿੱਖਾਂ ਵਿੱਚੋਂ ਕਮਜ਼ੋਰ, ਲਾਲਚੀ ਤੇ ਸੱਤਾ ਦੇ ਭੁੱਖੇ ਅਫਸਰਾਂ ਨੂੰ ਲੱਭ ਕੇ ਅੱਗੇ ਲੈ ਆਈ ਹੈ ਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਥ ਨਾਲ ਗਦਾਰੀ ਕਰਨ ਤੋਂ ਬਾਅਦ ਹੁਣ ਇਹਨਾਂ ਦੇ ਹਿੱਤ ਪੂਰੀ ਤਰ੍ਹਾਂ ਸਰਕਾਰ ਦੇ ਨਾਲ ਜੁੜ ਗਏ ਹਨ। ਇਹਨਾਂ ਮੁਲਾਜ਼ਮਾਂ ਨੇ ਖਾੜਕੂ ਸੰਘਰਸ਼ ਦੇ ਖਾਤਮੇ ਨੂੰ ਆਪਣਾ ਟੀਚਾ ਮਿਥ ਲਿਆ ਹੈ। ਸ਼ਿਕਾਰੀ ਕੁੱਤਿਆਂ ਵਾਂਗ ਸਰਕਾਰ ਨੇ ਇਹਨਾਂ ਨੂੰ ਖੁੱਲ੍ਹੇ ਛੱਡ ਦਿੱਤਾ ਹੈ। ਉਸ ਵੇਲੇ ਦੀ ਮਿਲਣੀ ਤੋਂ ਬਾਅਦ ਜਦੋਂ 1991 ਵਿੱਚ ਮੈਂ ਪਾਕਿਸਤਾਨ ਵਿੱਚ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਸੰਧੂ ਨੇ ਮਾਸਟਰ ਜੀ ਨੂੰ ਫਿਰ ਚੁੱਕ ਲਿਆ ਸੀ। ਕੁਝ ਮਹੀਨੇ ਤੱਕ ਉਸਨੇ ਜਿੰਦਾ ਹੋਣ ਬਾਰੇ ਅੰਦਰੋਂ ਖਬਰਾਂ ਮਿਲਦੀਆਂ ਰਹੀਆਂ, ਫਿਰ ਖਬਰਾਂ ਮਿਲਣੀਆਂ ਵੀ ਬੰਦ ਹੋ ਗਈਆਂ। ਅਤ ਮੁਮਕਿਨ ਹੈ ਕਿ ਸੰਧੂ ਨੇ ਉਸ ਨੂੰ ਵੀ ਹਰੀਕੇ ਪਤਨ ਵਿੱਚ ਰੋੜ ਦਿੱਤਾ ਹੋਵੇਗਾ। ਫਿਰ ਉਸ ਤੋਂ ਬਾਅਦ ਉਸ ਬਾਬਤ ਕਿਸੇ ਤੋਂ ਕੋਈ ਜ਼ਿਕਰ ਜਾਂ ਕੋਈ ਖਬਰ ਨਹੀਂ ਸੁਣੀ। ਅੱਜ ਉਸ ਦੀ ਯਾਦ ਆਉਣ ਨਾਲ ਮਹਿਸੂਸ ਹੁੰਦਾ ਹੈ ਕਿ ਉਸ ਦਾ ਕਿਰਦਾਰ ਕਿੱਡਾ ਵੱਡਾ ਸੀ। ਉਹਦੇ ਕੰਮਾਂ ਨੂੰ ਯਾਦ ਕਰਕੇ ਉਹਦੀ ਸ਼ਾਨਾਮਤੀ ਸ਼ਖਸੀਅਤ ਬਾਰੇ ਪਤਾ ਲੱਗਦਾ ਹੈ। ਉਸ ਵਕਤ ਸਾਨੂੰ ਇਹੋ ਜਿਹੇ ਸਿੰਘ ਉਹਨੇ ਵੱਡੇ ਨਹੀਂ ਦਿਖਦੇ ਸਨ ਜਿਹੜੇ ਉਹ ਸਨ, ਪਰ ਸਾਨੂੰ ਉਹਨਾਂ ਦੀ ਪੈਰ ਪੈਰ 'ਤੇ ਲੋੜ ਪੈਂਦੀ ਸੀ। ਅੱਜ ਪਿੱਛੇ ਛਾਤੀ ਮਾਰਿਆ ਅਹਿਸਾਸ ਹੁੰਦਾ ਹੈ ਕਿ ਅਸਲ ਵਿੱਚ ਇਹੋ ਜਿਹੇ ਸਿੰਘ ਹੀ ਸੰਘਰਸ਼ ਲੜ ਰਹੇ ਸਨ। ਸਾਡੇ ਨਾ ਤਾਂ ਜਥੇਬੰਦਕ ਅਹੁਦਿਆਂ ਜਾਂ ਦੁਸ਼ਮਣ ਉੱਤੇ ਹਮਲਾ ਕਰਨ ਦੇ ਜ਼ਿੰਮੇਵਾਰ ਵਜੋਂ ਅੱਗੇ ਆਏ ਸਨ। ਇਹਨਾਂ ਸਿੰਘਾਂ ਨੇ ਜਿਨ੍ਹਾਂ ਨੇ ਕਦੀ ਕਾਰੋਬਾਰ ਨਹੀਂ ਛੱਡਿਆ ਤੇ ਗੁਰੂ ਪਰੰਪਰਾ ਅਨੁਸਾਰ ਕਦੀ ਗੁਰੂ ਖਾਲਸੇ ਪੰਥ ਦੀ ਸੇਵਾ ਵੀ ਨਹੀਂ ਛੱਡੀ ਤੇ ਸਦਾ ਮੌਤ ਤੇ ਜੀਵਨ ਦੀ ਬੇਰੋਕ ਧਾਰ 'ਤੇ ਚੱਲਦੇ ਰਹੇ। ਇਹਨਾਂ ਨੂੰ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਸਾਥੀਆਂ ਦਾ ਕਿੰਨਾ ਨੁਕਸਾਨ ਚੱਲਣਾ ਪਿਆ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜੋ ਆਰਥਿਕ ਨੁਕਸਾਨ ਹੋਏ ਉਹਨਾਂ ਦਾ ਤਾਂ ਲੇਖਾ ਹੀ ਕੀ ਹੈ। ਉਹਨਾਂ ਨੇ ਜੋ ਸਰੀਰਕ ਅਤੇ ਮਾਨਸਿਕ ਪੀੜਾ ਸਹੀ, ਉਸ ਦਾ ਵੀ ਕੀ ਅੰਦਾਜ਼ਾ। ਇਹਨਾਂ ਸਿੰਘਾਂ ਦੇ ਨਾਂ ਸਾਡੇ ਵਾਂਗ ਕਦੀ ਅਖਬਾਰਾਂ ਵਿੱਚ ਵੀ ਨਹੀਂ ਆਏ ਤੇ ਨਾ ਹੀ ਇਹਨਾਂ ਦੀਆਂ ਸ਼ਹਾਦਤਾਂ ਦੇ ਇਸ਼ਤਿਹਾਰ ਛਪੇ। ਜੋ ਕੁਝ ਲੋਕ ਇਤਿਹਾਸ ਲਿਖ ਰਹੇ ਹਨ ਉਹਨਾਂ ਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਕਿ ਇਹੋ ਜਿਹੇ ਬੰਦਿਆਂ ਦੀ ਕਿੱਡੀ ਸੇਵਾ ਹੈ। ਇਸ ਕਰਕੇ ਬਹੁਤ ਮੁਮਕਿਨ ਹੈ ਕਿ ਇਹਨਾਂ ਦੇ ਨਾਂ ਇਤਿਹਾਸ ਵਿੱਚ ਵੀ ਨਹੀਂ ਆਉਣਗੇ। ਇਹਨਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਬਿਨਾਂ ਹੋਰ ਕੋਈ ਯਾਦ ਕਰਨ ਵਾਲਾ ਇਹਨਾਂ ਨੂੰ ਨਹੀਂ ਹੈ, ਕਿਉਂਕਿ ਕਿਸੇ ਨੂੰ ਇਹਨਾਂ ਦੇ ਕੰਮਾਂ ਅਤੇ ਕਿਰਦਾਰਾਂ ਦੇ ਮਹੱਤਵ ਦਾ ਅੰਦਾਜ਼ਾ ਨਹੀਂ ਹੈ। ਇਹ ਨਾਂ ਜੋ ਹੁੰਦਿਆਂ ਹੋਇਆਂ ਵੀ ਗੁੰਮਨਾਮ ਹਨ, ਅਸਲ ਵਿੱਚ ਇਹਨਾਂ ਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਇਹ ਅਮੁੱਲ ਹਨ। ਮੈਂ ਸਿੰਘ ਦਾ ਪੂਰਾ ਨਾਂ ਨਹੀਂ ਜਾਣਦਾ, ਪਰ ਮੈਂ ਘੱਟੋ ਘੱਟ ਇਹੋ ਜਿਹੇ 14-15 ਹੋਰ ਮਰਜੀਵੜਿਆਂ ਨੂੰ ਜਾਣਦਾ ਹਾਂ ਜਿਹੜੇ ਇਸੇ ਤਰ੍ਹਾਂ ਅਮੁੱਲ ਹਨ ਤੇ ਉਹਨਾਂ ਦੀ ਵੀ ਇਹੋ ਕਹਾਣੀ ਹੈ।
ਇਹ ਮਰਜੀਵੜੇ ਉਸ ਵਕਤ ਹਰ ਇਲਾਕੇ ਵਿੱਚ ਸਨ, ਹਰ ਜਥੇ ਵਿੱਚ ਸਨ। ਇਹਨਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਹੈ, ਪਰ ਕਿੱਡੀ ਹੈਰਾਨੀ ਦੀ ਗੱਲ ਹੈ ਜੋ ਲੋਕ ਇਹ ਅਸਾਮੀ ਜੰਗ ਦੀ ਸਭ ਤੋਂ ਤਕੜੀ ਅਤੇ ਨਿਰਮਲ ਧਿਰ ਸਨ, ਉਹਨਾਂ ਬਾਰੇ ਅਸੀਂ ਕਿੰਨੇ ਅਣਜਾਣ ਹਾਂ। ਇਹਨਾਂ ਦੀ ਹੋਣੀ ਹੀ ਕੁਝ ਇਸ ਤਰ੍ਹਾਂ ਲਿਖੀ ਹੋਈ ਸੀ। ਇਹਨਾਂ ਦੀ ਸਿੱਖੀ ਸੇਵਕੀ ਹੀ ਕੁਝ ਇਸ ਤਰ੍ਹਾਂ ਸੀ ਕਿ ਇਹਨਾਂ ਨੇ ਸਾਡੀ ਸੇਵਾ ਅਤੇ ਸੰਭਾਲ ਕਰੀ ਜਾਣੀ ਸੀ ਅਤੇ ਨਾਲ ਹਰ ਪਲ ਪੀੜਾ ਅਤੇ ਚਾਦਰ ਸਹੀ ਜਾਣਾ ਸੀ। ਇਹਨਾਂ ਵਿੱਚੋਂ ਬਹੁਤਿਆਂ ਦਾ ਅੰਤ ਆਖਰ ਮਾਸਟਰ ਜੀ ਵਾਲਾ ਹੀ ਹੋਇਆ। ਕੁਝ ਦਾ ਮੁਕਾਬਲਾ ਬਣਾ ਦਿੱਤਾ ਗਿਆ ਅਤੇ ਕੁਝ ਹਵਾ ਵਿੱਚ ਹੀ ਅਲੋਪ ਹੋ ਗਏ, ਅਤੇ ਕੁਝ ਜੋ ਬਚ ਤਾਂ ਜ਼ਰੂਰ ਗਏ, ਪਰ ਕੁਝ ਸਮੇਂ ਬਾਅਦ ਤਸ਼ੱਦਦ ਅਤੇ ਪੀੜਾ ਕਰਕੇ ਬਿਮਾਰ ਹੋ ਕੇ ਪੂਰੇ ਹੋ ਗਏ। ਕੁਝ ਕਹਾਲੇ ਵੀ ਉਹ ਸਮੇਂ ਦੀਆਂ ਪਿਆਰੀਆਂ ਯਾਦਾਂ ਸੰਗ ਕਿਸੇ ਨਾ ਕਿਸੇ ਤਰ੍ਹਾਂ ਜੂ ਰਹੇ ਹਨ। ਇਹ ਅਣਦਿਸਦੇ ਪਰਬਤ ਵਰਗੇ ਲੋਕ ਸਨ ਜਿਨ੍ਹਾਂ ਦੇ ਸਿਰੜ ਸਬਰ ਅਤੇ ਸੇਵਾ ਨੇ ਸਾਨੂੰ ਦੁਸ਼ਮਣ ਸਾਹਮਣੇ ਅਜਿੱਤ ਰੱਖਿਆ। ਅਗਾਂਹ ਵਾਲੀਆਂ ਜੰਗਾਂ ਵੀ ਅਜਿਹੇ ਹੀ ਕਿਰਦਾਰਾਂ ਦੇ ਸਿਰਾਂ 'ਤੇ ਲੜੀਆਂ ਜਾਣੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।